बस पुत्र बस बस। मुंह खोल मुंह खोल। कितना टाइम लाओगे जैसे भी? ਸਾਡੀਆਂ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਤਕਰੀਬਨ 2006 ਤੋਂ ਲੈ ਕੇ ਕੰਮ ਕਰ ਰਹੀਆਂ ਹੈਗੀਆਂ। ਪੁੰਨਾ ਵੀ ਔਖਾ ਲੱਗ ਰਿਹਾ ਹੈਗਾ ਹੁਣ ਤਾਂ। ਕੱਚੇ ਜਿਹੜੇ ਹੁਣ ਸਾਲ ਤੋਂ ਲੈ ਕੇ 2 ਸਾਲ ਤੋਂ ਲੈ ਕੇ ਰੈਗੂਲਰ ਭਰਤੀ ਹੋਏ ਉਹ ਵੀ ਸਾਨੂੰ ਕੱਚੇ ਨਾਮ ਨਾਲ ਹੀ ਪੁਕਾਰ ਰਹੇ ਹੈਗੇ। ਔਰ ਜਿਹੜੀਆਂ ਕੁੜੀਆਂ 2006 ਤੋਂ ਲੈ ਕੇ ਕੰਮ ਕਰ ਰਹੀਆਂ ਤਕਰੀਬਨ ਉਹਨਾਂ ਦੀ ਏਜ ਵੀ ਨਹੀਂ ਆਉਣੀ, 45 ਸਾਲ ਤੋਂ ਉੱਪਰ ਹੋ ਚੁੱਕੀਆਂ ਹੈਗੀਆਂ। ਰੈਗੂਲਰ ਭਰਤੀਆਂ ਨੂੰ ਲੈ ਕੇ ਸਾਡੇ ਸਾਰੇ ਜਿਹੜੇ ਕੰਟਰੈਕਚੁਅਲ EMPLOYE ਆ ਉਹਨਾਂ ਵਿੱਚ ਬਹੁਤ ਰੋਸ ਹੈਗਾ। ਅਸੀਂ ਮੰਗ ਕਰਦੇ ਹਾਂ ਵੀ ਪਹਿਲਾਂ ਸਾਨੂੰ ਐਡਜਸਟ ਕਰੋ, ਸਾਨੂੰ ਪੱਕੇ ਕਰੋ। ਮੇਰੀ ਜੁਆਇਨਿੰਗ 2011 ਤੋਂ ਆ, ਤਕਰੀਬਨ ਮੈਨੂੰ 9 ਸਾਲ ਹੋ ਚੁੱਕੇ ਆ। ਕਰੋਨਾ ਦੇ ਦੌਰਾਨ ਸਾਡੇ ਤੋਂ ਕੰਮ ਤਾਂ ਸਰਕਾਰ ਬਹੁਤ ਲੈ ਰਹੀ ਹੈ, ਫਰੰਟ ਲਾਈਨ ਵਰਕਰ ਕਹਿ ਰਹੀ ਹੈ, ਕਰੋਨਾ ਯੋਧੇ ਕਹਿ ਕੇ ਪੁਕਾਰ ਰਹੀ ਹੈ, ਪਰ ਸਾਡੀਆਂ ਜਿਹੜੀਆਂ ਬੇਸਿਕ ਲੋੜਾਂ ਜਿਵੇਂ ਮਾਸਕ, ਸੈਨੀਟਾਈਜ਼ਰ ਸਭ ਤੋਂ ਸ਼ੁਰੂ ਵਿੱਚ ਤਾਂ ਸਾਨੂੰ ਉਹ ਵੀ ਨਹੀਂ ਮੁਹੱਈਆ ਹੋਏ, ਪਰ ਹੁਣ ਹੋ ਰਹੇ ਹੈਗੇ। ਪਰ ਜੋ ਕਿ ਸਾਡੀ ਸੈਲਰੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆਗਾ। ਸਾਨੂੰ ਸਿਰਫ 12% ਦੇ ਕੇ ਹੀ ਸਰਕਾਰ ਨੇ ਟਾਲ ਦਿੱਤਾ ਗਿਆ, ਜਦੋਂ ਕਿ ਜਿਹੜੀ ਗੁਆਂਢੀ ਇਲਾਕੇ ਲਾਈਕ ਹਰਿਆਣਾ ਗਏ ਉਹਨਾਂ ਨੇ ਜਿਹੜੇ ਕੰਟਰੈਕਟ ਤੇ ਕੰਮ ਕਰ ਰਹੀਆਂ ANMs ਆ ਉਹਨਾਂ ਨੂੰ ਚੰਗਾ ਪੇ ਸਕੇਲ ਵੀ ਦੇ ਦਿੱਤਾ ਗਾ ਔਰ ਦੁੱਗਣੀਆਂ ਤਨਖਾਹਾਂ ਕਰ ਦਿੱਤੀਆਂ ਗਈਆਂ। ਪਰ ਸਰਕਾਰ ਨੇ ਸਾਨੂੰ ਕਰੋਨਾ ਯੋਧਿਆਂ ਨੂੰ ਕੀ ਦਿੱਤਾ ਗਾ, ਇੱਕ ਬਹੁਤ ਵਧੀਆ ਇਨਾਮ ਦਿੱਤਾ ਗਾ ਸਾਡੇ ਵਿਰੁੱਧ ਰੈਗੂਲਰ ਪੋਸਟਾਂ ਕੱਢ ਕੇ 600 ਅਸਾਮੀਆਂ ਕੱਢ ਕੇ। ਕਾਲੀ ਪੱਟੀ ਤਾਂ ਬੰਨੀ ਵੀ ਅਸੀਂ ਸਰਕਾਰ ਖਿਲਾਫ ਕਾਲੇ ਬਿੱਲੇ ਲਾ ਕੇ, ਕਾਲੇ ਰਿਬਨ ਬਣ ਕੇ ਜਾਂ ਕਾਲੀਆਂ ਪੱਟੀਆਂ ਬਣ ਕੇ 3 ਦਿਨ ਰੋਸ ਪ੍ਰਦਰਸ਼ਨ ਕਰਾਂਗੇ ਤਾਂ ਕਿ ਸਾਡੀ ਕੋਈ ਜੇ ਸੁਣਵਾਈ ਨਹੀਂ ਹੁੰਦੀ ਤਾਂ ਅੱਗੇ ਅਸੀਂ ਸੰਘਰਸ਼ ਨੂੰ ਆਪਦੇ ਨੂੰ ਚਾਲੂ ਰੱਖਾਂਗੇ। ਮਲਟੀਪਰਪਜ਼ ਮੇਲ, ਮਲਟੀਪਰਪਜ਼ ਫੀਮੇਲਸ, ਆਸ਼ਾ ਵਰਕਰਸ ਫਰੰਟ ਲਾਈਨ ਤੇ ਕੰਮ ਕਰ ਰਹੇ ਹਾਂ, ਪਰ ਸਾਨੂੰ ਕੋਈ ਖਾਸ ਸਰਕਾਰ ਵੱਲੋਂ ਰਾਹਤ ਨਹੀਂ ਮਿਲੀਗੀ। ਅਸੀਂ ਜੋ ਛੁੱਟੀਆਂ ਦੇ ਵਿੱਚ ਕੰਮ ਕਰ ਰਹੇ ਹਾਂ, ਗੈਸਟਡ ਹੋਲੀਡੇ ਹੈ, ਸੰਡੇ ਹੈ, ਇਹਨਾਂ ਬਾਰੇ ਵੀ ਸਾਨੂੰ ਕੁਝ ਨਹੀਂ ਹਾਲੇ ਤੱਕ ਦਿੱਤਾ ਸਰਕਾਰ ਨੇ, ਨਾ ਹੀ ਦੇਣਾਗਾ। ਜੋ ਸਾਡੀ ਸੈਲਰੀ ਫਿਕਸ ਕੀਤੀ ਵੀ ਹੈ ਸਿਰਫ ਉਹੀ ਹੀ ਮਿਲ ਰਹੀ ਹੈ, ਨਹੀਂ ਸਾਨੂੰ ਕੁਝ ਨਹੀਂ ਮਿਲ ਰਿਹਾ, ਕੋਈ ਟਰੈਵਲ ਅਲਾਉਂਸ ਨਹੀਂ ਮਿਲ ਰਿਹਾ। ਆਪਣੇ ਵਹੀਕਲਸ ਤੇ ਜਾਂਦੇ ਆਂਗੇ, ਸਾਨੂੰ ਕੋਈ ਅਲਾਉਂਸ ਨਹੀਂ ਮਿਲ ਰਿਹਾ। ਸਾਡੇ ਪਰਿਵਾਰ ਤੇ ਬਹੁਤ ਅਸਰ ਪਿਆ ਕਿਉਂਕਿ ਸਾਡਾ ਇਹ ਨਹੀਂ ਪਤਾ ਸਾਰਾ ਦਿਨ ਲੰਘ ਜਾਂਦਾ ਸੀਗਾ। ਸਵੇਰ ਸਾਨੂੰ 6 ਵਜੇ ਵੀ ਆਉਣਾ ਪੈ ਜਾਂਦਾ ਸੀ ਤੇ ਸ਼ਾਮ ਨੂੰ ਅਸੀਂ 5-6 ਵਜੇ ਵੀ ਘਰ ਜਾਂਦੇ ਸੀਗੇ। ਬੱਚਿਆਂ ਨੂੰ ਕੋਈ ਟਾਈਮ ਨਹੀਂ, ਬੱਚਿਆਂ ਦੀ ਕੋਈ ਦੇਖ ਰੇਖ ਨਹੀਂ ਕੀਤੀ ਗਈ ਸਾਡੇ ਤੋਂ, ਜਦੋਂ ਕਿ ਕਹਿ ਰਹੇ ਸੀ ਆਪਦੇ ਬੱਚਿਆਂ ਨੂੰ ਘਰ 'ਚ ਸੰਭਾਲ ਕੇ ਰੱਖੋ, ਛੋਟੇ ਬੱਚੇ ਹੈਗੇ, ਬੱਚਿਆਂ ਕੋਲ ਨਾ ਜਾਓ। ਪਰ ਸਾਨੂੰ ਕੀ ਸੀਗਾ, ਡਿਊਟੀਆਂ ਤੋਂ ਜਾ ਕੇ ਸਿੱਧਾ ਘਰ ਹੀ ਜਾਣਾ ਪੈਂਦਾ ਸੀ, ਹੋਰ ਤਾਂ ਕੋਈ ਫੈਸਿਲਿਟੀ ਹੈ ਨਹੀਂ ਸਾਡੇ ਕੋਲ, ਪ੍ਰੋਪਰ ਕੋਈ ਸਮਾਨ ਵੀ ਨਹੀਂ ਸੀ, ਕੋਈ ਕਿੱਟਾਂ ਵੀ ਨਹੀਂ ਸੀ ਜਿਨ੍ਹਾਂ ਨਾਲ ਅਸੀਂ ਲੋਕਾਂ ਦੇ ਘਰਾਂ ਵਿੱਚ ਜਾਈਏ ਜਾਂ ਕੁਆਰੰਟਾਈਨ ਕਰੀਏ। ਯੂਪੀ ਤੋਂ ਆਏ ਲੋਕਾਂ ਨਾਲ ਸਾਡਾ ਸਿੱਧਾ ਸੰਪਰਕ ਹੁੰਦਾ ਸੀਗਾ ਜਿਨ੍ਹਾਂ ਨੂੰ ਅਸੀਂ ਕੁਆਰੰਟਾਈਨ ਕਰਦੇ ਸੀਗੇ। ਸਾਨੂੰ ਕੋਈ ਸਹੂਲਤਾਂ ਵੀ ਨਹੀਂ ਦਿੱਤੀਆਂ ਗਈਆਂ। ਇਹ ਟੀਕੇ ਨਾਲ ਬੁਖਾਰ ਨਹੀਂ ਹੁੰਦਾ, ਠੀਕ ਹੈ? ਖਸਰੇ ਦਾ ਟੀਕਾ ਦਾ ਜਿਹੜਾ 9 ਮਹੀਨੇ ਤੋਂ ਲੱਗਦਾ, ਇਸ ਤੋਂ ਬਾਅਦ 1.5 ਸਾਲ ਤੋਂ ਅਗਲੀ ਤਾਂ ਲੋਕ ਮੈਨੂੰ ਫੋਨ ਕਰੀ ਜਾਂਦੀ ਹੋਣੀ। ਉਹ ਤਾਂ ਪਤਾ ਹੀ ਨਹੀਂ ਲੱਗਦਾ ਫੋਨ ਕਰਦੇ ਨੇ, ਸਾਡਾ ਤਾਂ ਬਿਲਕੁਲ ਨਹੀਂ ਆਈ ਹੈ ਸਰਬਜੀਤ ਉਹ ਬੱਚੇ ਦੀ ਪਹਿਲੇ ਬੁੱਧਵਾਰ ਫੋਨ ਕਰਕੇ ਪੁੱਛ ਲਿਆ ਕਰੋ। ਤਾਂ ਕੋਈ ਨੰਬਰ ਹੈ ਤੁਹਾਡਾ? ਇੱਕ ਮੈਨੂੰ ਮਿੱਟੀ ਦੀ ਦਵਾਈ ਦਿਓ ਮੇਰੇ ਮੁੰਡੇ ਵਾਸਤੇ। ਉਹ ਬਾਲਾ ਤਪਾਉਂਦਾ ਹੈ ਕਿ ਪਤਾ ਨਹੀਂ ਖਾਂਦਾ। ਬਸ ਹਰ ਦਸਤਾ ਇਹ ਦਵਾਈ ਪਾ ਇਹਦੇ ਕੰਮ दबलू चंगी तरह बस बेटा नहीं कुछ नहीं बनना, कुछ नहीं होता है। एक मिनट 600 ਦੇ ਕਰੀਬ ਜਿਹੜੀਆਂ ਪੋਸਟਾਂ ਨਵੀਆਂ ਸੈਕਸ਼ਨ ਕੀਤੀਆਂ ਪੰਜਾਬ ਸਰਕਾਰ ਵੱਲੋਂ, ਉਹਦੇ ਵਿੱਚ ਮਲਟੀਪਰਪਜ਼ ਮੇਲ ਤੇ ਮਲਟੀਪਰਪਜ਼ ਫੀਮੇਲ ਦੀਆਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ। ਪਰ ਬਹੁਤ ਲੰਬੇ ਸਮੇਂ ਤੋਂ ਮਲਟੀਪਰਪਜ਼ ਫੀਮੇਲ ਵਰਕਰ ਪਿਛਲੇ 10-11 ਸਾਲਾਂ ਤੋਂ ਬਹੁਤ ਹੀ ਨਮੂਨੀਆਂ ਤਨਖਾਹਾਂ ਤੇ ਕੰਟਰੈਕਟ ਤੇ ਕੰਮ ਕਰ ਰਹੇ ਨੇ। ਸਰਕਾਰ ਨਵੀਆਂ ਪੋਸਟਾਂ ਨੂੰ ਕੱਢਣ ਲਈ ਪਹਿਲਾਂ ਪੈ ਜਾਂਦੀ ਹੈ, ਪਰ
ਜਿਹੜੇ ਪਹਿਲਾਂ ਮੁਲਾਜ਼ਮ ਕੱਚੇ ਤੌਰ ਤੇ ਕੰਮ ਕਰਦੇ ਉਹਨਾਂ ਬਾਰੇ ਇਹਨਾਂ ਨੇ ਕੁਝ ਨਹੀਂ ਸੋਚਿਆ। ਸਾਡੀ ਮੰਗ ਇਹ ਹੈ ਜੀ, ਸਾਡਾ ਪ੍ਰੋਵੀਜ਼ਨ ਪੀਰੀਅਡ ਜੋ ਪਹਿਲਾਂ ਸਰਕਾਰ ਨੇ 3 ਸਾਲ ਦਾ ਰੱਖਿਆ ਸੀ ਉਸ ਨੂੰ ਘਟਾ ਕੇ 2 ਸਾਲ ਦਾ ਕੀਤਾ ਜਾਵੇ, ਤਾਂ ਜੋ ਅਸੀਂ ਆਪਣੀ ਜਿਹੜੀ ਬੇਸਿਕ ਤਨਖਾਹ ਦੇ ਉੱਤੇ ਅਸੀਂ ਕੰਮ ਕਰ ਰਹੇ, ਜਿਸ ਨਾਲ ਸਾਡਾ ਅੱਜ ਦੇ ਸਮੇਂ ਦੇ ਵਿੱਚ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਖਰਚਾ ਨਹੀਂ ਪੂਰਾ ਹੋ ਰਿਹਾ। ਸਰਕਾਰ ਨੇ ਸਾਡੀ ਜਿਹੜੀ ਮੰਗ ਸੀ ਉਹ ਕੁਝ ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਸੀ, ਉਹ ਠੁਕਰਾ ਦਿੱਤੀ ਹੈ। ਸਾਡੀ ਬੇਸਿਕ ਤਨਖਾਹ 10,300 ਹੈ, ਜਿਸ ਦੇ ਵਿੱਚੋਂ ਸਾਨੂੰ 10,003 ਦੇ ਵਿੱਚ ਕੁਝ ਕੁ ਜਿਹੜੀਆਂ ਪੈਸੇ ਕੱਟ ਕੇ ਸਾਨੂੰ 10,000 ਤੋਂ ਥੱਲੇ ਜਿਹੜੀ ਤਨਖਾਹ ਮਿਲ ਜਾਂਦੀ ਹੈ। ਸਾਡੇ ਗਵਾਂਢੀ ਰਾਜ ਹਰਿਆਣੇ ਦੇ ਵਿੱਚ ਜਿੱਥੇ ਸਾਡੇ ਸਿਹਤ ਕਾਮਿਆਂ ਦੀਆਂ ਤਨਖਾਹਾਂ ਦੁੱਗਣੀਆਂ ਕਰ ਦਿੱਤੀਆਂ ਗਈਆਂ ਨੇ, ਪਰ ਸਾਡੇ ਪੰਜਾਬ ਲੈਵਲ ਦੇ ਉੱਤੇ ਦੇਖਿਆ ਜਾਵੇ ਅਸੀਂ ਉਸੇ ਬੇਸਿਕ ਪੇ ਦੇ ਉੱਤੇ ਬਹੁਤ ਹੀ ਨੌਗੁਣੀ ਤਨਖਾਹ ਦੇ ਉੱਤੇ ਕੰਮ ਕਰ ਰਹੇ ਹਾਂ। ਸਾਡੇ ਬਹੁਤੇ ਜਿਹੜੇ ਸਾਥੀ ਨੇ 60 ਕਿਲੋਮੀਟਰ ਤੋਂ ਦੂਰ ਆ ਕੇ ਇੱਥੇ ਕੰਮ ਕਰਦੇ ਆ, ਉਹਨਾਂ ਦੀਆਂ ਸਿਰਫ ਤੇਲ ਦੇ ਖਰਚੇ ਹੀ ਪੂਰੇ ਹੁੰਦੇ ਨੇ। 8 ਤੋਂ 2 ਤੱਕ ਦੀ ਡਿਊਟੀ ਸੀ, ਪਰ ਹੁਣ ਜਿਹੜੀ ਸਾਡੀ ਡਿਊਟੀ 24 ਘੰਟੇ ਕਰ ਦਿੱਤੀ ਗਈ ਹੈ। ਅਸੀਂ ਸੰਡੇ ਨੂੰ ਵੀ ਆਉਂਦੇ ਹਾਂ। ਹਰ ਇੱਕ ਸਰਕਾਰੀ ਗੈਰ ਸਰਕਾਰੀ ਜੋ ਵੀ ਸਾਨੂੰ ਛੁੱਟੀਆਂ ਮਿਲਦੀਆਂ ਉਹਨਾਂ ਦੇ ਵਿੱਚ ਅਸੀਂ ਕੋਵਿਡ ਦੀ ਜਿਹੜੀ ਅਸੀਂ ਕੋਵਿਡ ਦੇ ਮਹਾਮਾਰੀ ਨੂੰ ਲੜਨ ਲਈ ਅਸੀਂ ਇੱਥੇ ਲਗਾਤਾਰ ਡਿਊਟੀਆਂ ਦਿੱਤੀਆਂ, ਤੇ ਹਰ ਰੋਜ਼ ਅਸੀਂ ਫੀਲਡ ਦੇ ਵਿੱਚ ਜਾ ਕੇ ਘਰ ਘਰ ਜਾ ਕੇ ਇਹ ਅਸੀਂ ਪੁੱਛਦੇ ਹਾਂ ਕਿ ਬਾਹਰੋਂ ਕੋਈ ਵੀ ਵਿਅਕਤੀ ਆਇਆ ਜਾਂ ਕਿਸੇ ਬਾਹਰਲੇ ਵਿਅਕਤੀ ਨਾਲ ਕੋਈ ਸਾਡਾ ਸੰਬੰਧ ਰਿਹਾ ਹੈ, ਅਜਿਹੇ ਵਿਅਕਤੀ ਨੂੰ ਉਸ ਨੂੰ ਅਸੀਂ ਸਕੈਨ ਕਰਕੇ ਅਸੀਂ ਉਹਨਾਂ ਨੂੰ ਕੁਆਰੰਟਾਈਨ ਕਰਦੇ ਰਹੇ। ਪਰ ਸਰਕਾਰ ਨੇ ਸਾਨੂੰ ਇਸ ਦੇ ਵਿੱਚ ਇਸ ਦੌਰਾਨ ਮਹਾਮਾਰੀ ਦੌਰਾਨ ਕੋਈ ਵਿਸ਼ੇਸ਼ ਪੈਕੇਜ ਦਾ ਐਲਾਨ ਨਹੀਂ ਕੀਤਾ। ਸਾਡੀਆਂ ਤਨਖਾਹਾਂ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਲਗਾਤਾਰ ਚੱਲਦੀਆਂ ਆਈਆਂ ਨੇ, ਜਿਸ ਤਰ੍ਹਾਂ ਅਸੀਂ ਮਲਟੀਪਰਪਜ਼ ਮੇਲ ਬੇਸਿਕ ਤਨਖਾਹ 'ਤੇ ਕੰਮ ਕਰਦੇ ਹਾਂ ਤੇ ਮਲਟੀਪਰਪਜ਼ ਫੀਮੇਲ ਵਰਕਰ ਨੇ ਜਿਹੜੀਆਂ ਉਹ ਕੰਟਰੈਕਟ ਦੀਆਂ ਜਿਹੜੀਆਂ ਤਨਖਾਹਾਂ 'ਤੇ ਕੰਮ ਕਰ ਰਹੀਆਂ, ਆਸ਼ਾ ਵਰਕਰਾਂ ਨੂੰ ਜੋ ਸਿਰਫ ਮਾਣ ਭੱਤੇ ਮਿਲਦੇ ਨੇ ਉਹਨਾਂ 'ਤੇ ਹੀ ਅਸੀਂ ਅੱਜ ਕੰਮ ਕਰ ਰਹੇ ਹਾਂ। ਸਾਨੂੰ ਕੋਈ ਸਰਕਾਰ ਵੱਲੋਂ ਕਿਸੇ ਵਿਸ਼ੇਸ਼ ਪੈਕੇਜ ਦਾ ਐਲਾਨ ਨਹੀਂ ਕੀਤਾ ਗਿਆ। ਡੇਂਗੂ ਤੇ ਮਲੇਰੀਆ ਤੋਂ ਬਚਣ ਵਾਸਤੇ ਜੋ ਹਦਾਇਤਾਂ ਦਿੱਤੀਆਂ ਸਰਕਾਰ ਨੇ ਜਾਣਕਾਰੀ ਸਾਰੀ ਪੜ੍ਹਨੀ ਹੈ ਤੇ ਅਮਲ ਕਰਨਾ। ਡੇਂਗੂ ਤੇ ਮਲੇਰੀਆ ਤੋਂ ਬਚਣ ਵਾਸਤੇ ਜੋ ਹਦਾਇਤਾਂ ਦਿੱਤੀਆਂ ਸਰਕਾਰ ਨੇ ਜਾਣਕਾਰੀ ਸਾਰੀ ਪੜ੍ਹਨੀ ਹੈ ਤੇ ਅਮਲ ਕਰਨਾ। ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦ ਖਾਲਸ ਟੀਵੀ ਧਰਮ।